फतेह प्रवान करो। वाहिगुरू जी का खालसा वाहिगुरू जी की फतेह। मैं ਜਿਹੜੇ ਸਾਡੇ ਵੀਰ ਬਾਹਰ ਖੜੇ ਨੇ ਜਾਂ ਬੈਠੇ ਆ ਉਹਨਾਂ ਨੂੰ ਫਿਰ ਇੱਕ ਵਾਰੀ ਮੈਂ ਬੇਨਤੀ ਕਰੂੰਗਾ ਕਿ ਇੱਕ ਵਾਰੀ ਇੱਥੇ ਆਓ ਯਾਰ, ਆਪਾਂ ਬੈਠ ਕੇ ਗੱਲਬਾਤ ਕਰਨ ਲਈ ਇਕੱਤਰ ਹੋਏ ਆ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕਹਾਣੀ ਕੀ ਹੈ। ਬਹੁਤ ਨੂੰ 3 ਸਾਲ ਲਈ ਪਿੱਛੇ ਪਾ ਦੇਣ ਦੇ ਹੱਕ 'ਚੋਂ ਮੈਂ ਤੁਹਾਡੀ ਵੋਟ ਮੈਂ ਬਣਨਾ, ਉੱਥੇ ਤੁਹਾਡੀ ਆਵਾਜ਼ ਦੀ ਮੈਂ ਉੱਥੇ ਵੋਟ ਪਾਉਣੀ ਹੈ ਕਿ ਇਹ ਲੋਕਾਂ ਦੀ ਆਵਾਜ਼ ਹੈ। ਇਸ ਗੱਲ ਤੇ ਪਹਿਲਾਂ ਤਾਂ ਕਲੀਅਰ ਕਰਿਓ ਤੁਸੀਂ ਸਾਰੇ ਕਿ 3 ਸਾਲ ਲਈ ਜੇ ਪਿੱਛੇ ਹਟਦੇ ਆ ਉਹਦੇ ਹੱਕ 'ਚ ਵੋਟ ਪਾਈਏ ਕਿ ਹਮੇਸ਼ਾ ਲਈ ਇਹਨਾਂ ਨੂੰ ਰੱਦ ਕਰਨ ਦੇ ਹੱਕ 'ਚ ਵੋਟ ਪਾਈਏ, ਇਹ ਤੁਸੀਂ ਦੱਸੋ। 2400 ਕਿੰਨੇ ਬੰਦੇ ਆਪਾਂ ਸਸਪੈਂਡ ਕਰਨ ਦੇ ਹੱਕ 'ਚ ਆ, ਕਿੰਨੇ ਰੱਦ ਕਰਨ ਦੇ ਹੱਕ 'ਚ ਆ? ਰੱਦ ਕਰਨ ਦੇ ਹੱਕ 'ਚ ਜਿਹੜੇ ਉਹ ਹੱਥ ਖੜੇ ਕਰਿਓ, ਜਿਹੜੇ ਰੱਦ ਕਰਨ ਦੇ ਹੱਕ 'ਚ, ਸਾਰੇ ਰੱਦ ਕਰਨ ਦੇ ਹੱਕ 'ਚ ਆ। ਇੱਕ ਗੱਲ ਦੱਸਿਓ ਕਿ ਮੇਰਾ ਖਿਆਲ ਹੈ ਅੱਜ ਹਫ਼ਤੇ ਤੋਂ ਵੱਧ ਸਮਾਂ ਲੰਘ ਗਿਆ। ਫੇਸਬੁੱਕ ਤਾਂ ਸਾਰੇ ਵੇਖਦੇ ਹੋ, ਚਲਾਉਣੇ ਹੋਣ। ਫੇਸਬੁੱਕ ਦੇ ਉੱਤੇ ਇੱਕ ਗੱਲ ਬਹੁਤ ਵਾਇਰਲ ਹੋ ਰਹੀ ਹੈ ਕਿ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਕਿਸਾਨਾਂ ਦਾ ਧਰਨਾ ਲਾਉਣਾ ਜਾਇਜ਼ ਹੈ ਪਰ ਸੜਕਾਂ ਰੋਕਣੀਆਂ ਜਾਇਜ਼ ਨਹੀਂ। ਇਹ ਕਿਹਾ ਹੈ, ਇਹ ਸੁਣਿਆ ਫੇਸਬੁੱਕ ਤੇ ਸਾਰਿਆਂ ਨੇ ਕਿ ਨਹੀਂ ਸੁਣਿਆ? ਕਿੰਨਿਆਂ ਨੂੰ ਪਤਾ ਹੈ ਇਸ ਗੱਲ? ਬਹੁਤ ਬੰਦਿਆਂ ਨੂੰ ਪਤਾ ਹੈ। ਹਰਿਆਣਾ ਗੌਰਮੈਂਟ ਸਾਨੂੰ ਇਹ ਕਹਿੰਦੀ ਹੈ ਕਿ ਧਰਨਾ ਚੱਕੋ, ਪਾਸੇ ਲੈ ਜਾਓ, ਤੁਹਾਨੂੰ ਜਗ੍ਹਾ ਦੇ ਦਿੰਦੇ, ਉੱਥੇ ਚਲੇ ਜਾਓ। ਅਸੀਂ ਕਹਿ ਰਹੇ ਹਾਂ ਕਿ ਇਹ ਉਸ ਵੇਲੇ ਸਮਾਂ ਸੀ ਜਦੋਂ ਅਸੀਂ ਆ ਰਹੇ ਸੀ। ਅਸੀਂ ਤਾਂ ਤੁਹਾਡੇ ਕੋਲੋਂ ਮੰਗਿਆ ਸੀ ਕਿ ਸਾਨੂੰ ਰਾਮਲੀਲਾ ਗਰਾਊਂਡ ਦਿਓ, ਉਹ ਤੁਸੀਂ ਦਿੱਤਾ ਨਹੀਂ। ਅੱਜ ਲੋਕ ਇੱਥੇ ਘਰ ਪਾ ਕੇ ਬੈਠ ਗਏ ਨੇ, ਲੋਕਾਂ ਦੇ ਮਕਾਨ ਬਣ ਗਏ। ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦਾ ਉੱਠਣਾ ਵਾਜਬ ਨਹੀਂ। ਤਾਂ ਸਾਡਾ ਸਟੈਂਡ ਇਹ ਹੈ, ਹੁਣ ਸਰਕਾਰ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਬਲ ਪ੍ਰਯੋਗ ਕਰ ਸਕਦੀ ਹੈ ਤੇ ਚਾਹੁੰਦੇ ਸਾਰੇ ਹੀ ਹੈ। ਫਰਜ਼ ਨਹੀਂ ਬਣਦਾ ਗਾ ਵੀ ਤੁਸੀਂ ਸਾਰੇ ਦਾ ਸਾਰਾ ਪਿੰਡ ਜਾ ਕੇ ਉੱਥੇ ਬੈਠੋ, ਸਾਰਾ ਇਲਾਕਾ ਜਾ ਕੇ ਉੱਥੇ ਬੈਠੋ। ਕੀ ਖਿਆਲ ਹੈ? ਘਰੇ ਬੈਠੇ ਰੱਦ ਹੋ ਜਾਣਗੇ? ਉਮੀਦ ਰੱਖਦੇ ਹੋ ਵੀ ਰੱਦ ਕਰਾਓ ਜੀ? ਕੌਣ ਕਰਾਊਗਾ ਰੱਦ ਯਾਰ ਤੁਹਾਡੇ ਕੋਲੋਂ? ਤੁਹਾਡੀ ਜ਼ਮੀਨ ਤੇ ਕੋਈ ਵੱਟ, ਕੋਈ ਮਰਲਾ, 2 ਮਰਲੇ ਗੁਆਂਢੀ ਜ਼ਮੀਨ ਵਾਲੇ, ਉਹ ਕੋਈ ਗੁਆਂਢੀ ਜਾਂ ਪਿੰਡ ਦੀ ਪੰਚਾਇਤ ਜਾ ਕੇ ਛਡਾ ਕੇ ਆਉਂਦੀ ਹੈ ਕਿ ਆਪ ਨੂੰ ਮਰ ਕੇ ਛਡਾਉਣੀ ਪੈਂਦੀ ਹੈ? ਕਿਉਂ ਵੀ ਦੋਸਤੋ? ਆਪ ਨੂੰ ਛਡਾਉਣੀ ਪੈਂਦੀ ਹੈ ਨਾ। ਇੱਥੇ ਕਿਹਦੇ ਤੋਂ ਉਮੀਦ ਕਰਦੇ ਆ ਬਈ ਜ਼ਮੀਨਾਂ ਤੁਹਾਡੀਆਂ ਜਾਣੀਆਂ ਤੇ ਘਰੇ ਬੈਠੇ ਕਿੱਡੀ ਵੱਡੀ ਮੋਹਰ ਲਾਉਣਾ? ਨਾ ਜੀ, 3 ਸਾਲ ਵਾਲੇ ਤੇ ਤਾਂ ਸਹਿਮਤ ਨਾ ਹੋਏ, ਉਹਨਾਂ ਨੂੰ ਰੱਦ ਹੀ ਕਰਾਇਓ। ਲੈ ਦੱਸ, ਉਹ ਮਗਰ ਸਾਡੇ ਕੋਈ ਸ਼ਕਤੀ ਵੀ ਬੈਠੀ ਨਜ਼ਰ ਆਵੇ। ਬੈਠੇ ਹੋ ਘਰੇ, ਭਾਲਦੇ ਹੋ ਰੱਦ। ਕਿ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਕਿੱਡੇ ਅਕਿਰਤ ਘਾਣਾ ਹੈ, ਕਿੱਡੀ ਬੇਸ਼ਰਮੀ ਮੱਲੀ ਬੈਠੇ ਯਾਰ। ਆਪਾਂ ਦੱਸਿਓ ਆਪਦੇ ਅੰਦਰ ਨੂੰ ਪੁੱਛ ਕੇ, ਸੱਚੀ ਬੇਸ਼ਰਮੀ ਮੱਲੀ ਹੈ ਕਿ ਨਹੀਂ ਮੱਲੀ? ਕਿਉਂ ਵੀ ਦੋਸਤੋ? ਤੇ ਜੇ ਤੁਸੀਂ ਉਹਦਾ ਜਵਾਬ ਨਾ ਦੇ ਸਕੇ ਤਾਂ ਅਗਲੇ ਪੁੱਛਣਗੇ ਵੀ ਤੁਸੀਂ ਫਿਰ ਭਾੜੇ ਤੇ ਆਏ, ਕਿਰਾਏ ਤੇ ਆਏ, ਕਿਵੇਂ ਆਏ ਹੋ ਇੱਥੇ? ਇਸ ਕਰਕੇ ਸਾਡਾ ਹਰ ਕਿਸਾਨ ਇਹਨਾਂ ਦੀ ਇੱਕ ਬਰੀਕੀ ਨੂੰ ਸਮਝਦਾ ਹੋਣਾ ਚਾਹੀਦਾ। ਦੂਸਰੀ ਗੱਲ, ਇੱਕ ਸਵਾਲ ਆਮ ਆ ਰਿਹਾ ਜਿਹੜਾ ਹੁਣ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਸਰਕਾਰ ਬਹੁਤ ਉਭਾਰ ਰਹੀ ਹੈ ਕਿ ਜੀ ਅਸੀਂ ਸੌਦਾ ਕਰਨ ਲਈ ਤਿਆਰ ਹੈ, ਲੇਕਿਨ ਕਿਸਾਨ ਰਾਜਨੀਤੀ ਕਰ ਰਹੇ ਹੈ। ਇਹ ਜਾਣ ਕੇ ਅੰਦੋਲਨ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਇਹ ਕੇਸ ਹੋਣਾ। ਅਗਲਾ ਸਵਾਲ ਇੱਕ ਬਹੁਤ ਵੱਡੀ ਪੱਧਰ ਤੇ ਉੱਠ ਕੇ ਆ ਰਿਹਾ ਹੈ ਕਿ ਅਸੀਂ ਪੋਲੀਟੀਕਲ ਲੋਕਾਂ ਦਾ ਜਿਹੜਾ ਵਿਰੋਧ ਕਰਦੇ ਹਾਂ, ਅਸੀਂ ਕਿਉਂ ਕਰਦੇ ਹਾਂ? ਕਾਰਨ ਕੀ ਹੈ? ਇਹ ਬੜੀ ਲੰਬੀ ਦਾਸਤਾਨ ਸਮਝਣੀ ਪੈਣੀ ਹੈ ਕਿ ਅਸੀਂ ਇਹਨਾਂ ਦਾ ਵਿਰੋਧ ਕਿਉਂ ਕਰਦੇ ਹਾਂ।
सब तो पहली गल तो ये आवाज कर सब तो पहली गल तो दोस्तों ये कि एक सवाल है, सरकार ये कहती है कि सानू दसन कि इन्हां कानूनां दे विच काला की है, ਜਿਹੜੀਆਂ गलतियां ने त्रुटियां ने असीं ਉਹ निपटाउण लई तैयार हाँ, असीं उन्हां नूं सुधारन लई तैयार है। किसान पिछे क्यों नहीं हटते, किसान मोर्चा वापस नहीं लेंदे, ये राजनीति करते हैं। ਇਹਦੇ ਤੋਂ ਪਹਿਲਾਂ ਇਹਦੇ ਤੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ मैं एक गल तुहाडे तो जाननी चाहुंदा, ईमानदारी नाल गल दस्सिओ। सरकार सानू ये कहती है कि 3 साल लई इन्हां कानूनां नूं असीं पिछे पा दिंदे हां, होल्ड ते कर दिंदे हां। असीं कह रहे हैं कि नहीं, इन्हां नूं रद्द करो, इन्हां नूं रिपील करो। प्रधान जी की कहना चाहोगे, अज की मीटिंग का मुख्य मकसद की सी? देखो साडा एक रूटीन वाइज सारे ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਵਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਲੋਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਈਏ ਕਿ ਇੱਕ ਤਾਂ 27 ਤਰੀਕ ਨੂੰ ਸਾਡੇ ਪੂਰੇ ਭਾਰਤ ਨੂੰ ਬੰਦ ਕਰਨ ਦਾ ਜਿਹੜਾ ਸੱਦਾ ਉਹਨੂੰ ਸਫਲ ਕਰਨਾ ਹੈ। ਸੈਕੰਡ ਗੱਲ ਸਭ ਤੋਂ ਵੱਡੀ ਇਹ ਹੈ ਕਿ ਜਿਵੇਂ ਭਾਰਤ ਸਰਕਾਰ ਇਸ ਵੇਲੇ ਸੁਪਰੀਮ ਕੋਰਟ ਦਾ ਮੋਢਾ ਵਰਤ ਕੇ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀ ਹੈ, ਉਸ ਗੱਲ ਤੋਂ ਕਿਸਾਨਾਂ ਨੂੰ ਜਾਣਕਾਰੀ ਦੇਣੀ ਔਰ ਨਾਲ ਦੀ ਨਾਲ ਅੰਦੋਲਨ ਤੋਂ ਅਪਡੇਟ ਕਰਨਾ। ਤੀਸਰੀ ਗੱਲ ਸਾਡੀ ਇਹ ਸੀਗੀ ਕਿ ਇਹ ਕਾਨੂੰਨਾਂ ਦਾ ਜਨਮਦਾਤਾ ਗੈਟ ਹੈ, ਲੋਕਾਂ ਨੂੰ ਅਵੇਅਰ ਕਰਨਾ ਕਿ ਗੈਟ ਦੇ ਖਿਲਾਫ ਲੜਾਈ ਲੜਨੀ ਪੈਣੀ ਹੈ ਔਰ ਉਹ ਅਗਲੀ ਲੜਾਈ ਦੇ ਲਈ ਸਾਨੂੰ ਸਾਡੇ ਯੂਥ ਦੀ ਬਹੁਤ ਵੱਡੀ ਪੱਧਰ 'ਤੇ ਲੋੜ ਪੈਣੀ, ਕਿਉਂਕਿ ਉਹ ਜਿਹੜੀ ਲੜਾਈ ਹੈ ਉਹ ਲੰਬੀ ਲੜਾਈ ਹੋਏਗੀ, ਉਹ ਕੋਈ ਛੋਟੀ ਮੋਟੀ ਲੜਾਈ ਨਹੀਂ ਹੋਏਗੀ। ਉਹਨਾਂ ਲੋਕਾਂ ਨਾਲ, ਉਹਨਾਂ ਵਿਦੇਸ਼ੀ ਤਾਕਤਾਂ ਦੇ ਖਿਲਾਫ ਲੜਾਈ ਹੈ ਜਿਨ੍ਹਾਂ ਨੇ ਸਾਡੇ ਉਸ ਸਮੇਂ ਦੇ ਸਰਕਾਰਾਂ ਤੋਂ ਬਾਂਹ ਮਰੋੜ ਕੇ, ਜਦੋਂ ਅਸੀਂ ਗੈਟ ਦੇ ਮੈਂਬਰ ਨਹੀਂ ਵੀ ਬਣਨਾ ਚਾਹੁੰਦੇ ਸੀ, ਬਾਰ-ਬਾਰ ਸਾਡੀਆਂ ਕਮੇਟੀਆਂ ਨੇ ਰਿਪੋਰਟ ਦੇਤੀ ਕਿ ਗੈਟ ਦੇ ਮੈਂਬਰ ਅਸੀਂ ਨਹੀਂ ਬਣਨਾ, ਸਾਡੇ ਅਧਿਕਾਰੀਆਂ ਨੇ ਕਹਿਤਾ ਵੀ ਗੈਟ ਦੇ ਮੈਂਬਰ ਨਹੀਂ ਬਣਨਾ ਚਾਹੀਦਾ। ਉਸ ਵੇਲੇ ਜਿਹੜਾ ਪ੍ਰੋਸੈਸਰ ਉਸ ਵੇਲੇ ਦੇ ਮੌਕੇ 'ਤੇ ਵਰਤਿਆ ਗਿਆ, ਜਿਸ ਤਰੀਕੇ ਦੇ ਨਾਲ ਧੱਕਾ ਹੋਇਆ ਅੱਲਾ ਸਾਡੇ ਦੇਸ਼ ਨਾਲ, ਬਾਂਹ ਮਰੋੜੀ ਗਈ ਸਾਡੀ ਸਰਕਾਰ ਦੀ ਔਰ ਉਹ ਗੈਟ 'ਤੇ ਸਾਈਨ ਕਰਵਾਏ ਗਏ। ਉਹਨਾਂ ਲੋਕਾਂ ਨੂੰ ਉਸ ਗੱਲ ਤੋਂ ਜਾਣੂ ਕਰਵਾਉਣਾ ਔਰ ਲੋਕਾਂ ਨੂੰ ਉਸ ਲੜਾਈ ਲਈ ਤਿਆਰ ਕਰਨਾ, ਇਹ ਸਾਡੀ ਅੱਜ ਦੀ ਮੀਟਿੰਗ ਦਾ ਪਰਪਸ ਸੀ। ਉਹ ਬਹੁਤ ਵਧੀਆ ਰਿਹਾ, ਬੜੇ ਸਫਲ ਰਹੇ ਹਾਂ। ਅਕਾਲੀ ਦਲ ਵੱਲੋਂ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਨੇ ਦਿੱਲੀ ਦੇ ਵਿੱਚ ਸੰਸਦ ਦਾ ਘਿਰਾਓ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ ਜਿੰਨੇ ਵੀ ਕਿਸਾਨ ਆਗੂ ਸੀ ਉਹਨਾਂ ਵੱਲੋਂ ਜਿਹੜੀ ਗੱਡੀਆਂ ਦੀ ਜਿਹੜੀ ਤੋੜ ਭੰਨ ਕੀਤੀ ਗਈ ਆ, ਉਹ ਉੱਥੇ ਲੁੱਟ ਖੋਹ ਕੀਤੀ ਗਈ ਹੈ, ਕਿਸਾਨ ਆਗੂਆਂ ਦੇ ਪਰਚੇ ਦਰਜ ਹੋਣੇ ਚਾਹੀਦੇ। ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ? ਆਪਣਾ ਆਪ ਉਹ ਆਪਣਾ ਚਿਹਰਾ ਨੰਗਾ ਕਰਕੇ ਵਿਖਾ ਰਹੇ ਨੇ। ਮੈਂ ਬਹੁਤ ਚਿਰ ਪਹਿਲਾਂ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਜਿਹੜੀ ਪੁਰਾਣੀ ਜੋਟੀ ਤੇ ਮਿੱਤਰਤਾ ਹੈ ਉਹ ਗਵਾਈ ਨਹੀਂ ਹਜੇ, ਉਹ ਉਹਨਾਂ ਦੀ ਸੇਮ ਹੈ, ਉਸੇ ਤਰ੍ਹਾਂ ਚੱਲ ਰਹੀ ਹੈ। ਉਹਨੂੰ ਇਨਡਾਇਰੈਕਟ ਢੰਗ ਦੇ ਨਾਲ ਉਸੇ ਤਰਜ਼ 'ਤੇ ਕੰਮ ਕਰਦੇ ਨੇ ਜਿਹੜੀ ਤਰਜ਼ ਦੇ ਉੱਤੇ ਬੀਜੇਪੀ ਅੰਦੋਲਨ ਨੂੰ ਹਿੰਸਕ ਬਣਾਉਣ ਦੀਆਂ ਕਾਰਵਾਈਆਂ ਕਰ ਰਹੀ ਹੈ। ਤਰ੍ਹਾਂ ਤਰ੍ਹਾਂ ਦੀਆਂ ਅਜਿਹੀਆਂ ਕਰਤੂਤਾਂ ਕੀਤੀਆਂ ਬੀਜੇਪੀ ਨੇ, ਉਸੇ ਤਰੀਕੇ ਦੇ ਨਾਲ। ਨਹੀਂ ਤਾਂ ਤੁਸੀਂ ਅੰਦਾਜ਼ਾ ਲਾਓ, ਕਦੇ 6 ਮਹੀਨੇ ਪਹਿਲਾਂ ਜਾਂ 5 ਮਹੀਨੇ ਪਹਿਲਾਂ ਕਦੇ ਕਿਸੇ ਇਲੈਕਸ਼ਨ ਦੀ ਕੰਪੇਨ ਕਿਸੇ ਨੇ ਸ਼ੁਰੂ ਕੀਤੀ ਹੈ? ਇਹਨਾਂ ਨੂੰ ਪਤਾ ਵੀ ਲੋਕ ਛਿੱਤਰ ਮਾਰਦੇ ਆ ਤੇ ਮਾਰਨਗੇ। ਇਹਨਾਂ ਨੇ ਉਹਦਾ ਫਾਇਦਾ ਉਠਾਇਆ ਕਿ ਅੰਦੋਲਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਿੰਸਕ ਹੋਵੇ ਔਰ ਉਹ ਹਿੰਸਕ ਕਰਨ ਦੇ ਲੋਕਾਂ ਨੂੰ ਪ੍ਰਵੋਕ ਕਰਦੇ ਰਹੇ। ਜਿਵੇਂ ਪਤਾ ਲੱਗਿਆ ਕਿ ਮੋਗੇ ਦੇ ਅੰਦਰ ਇਹਨਾਂ ਦੀ SOI ਨੇ ਸਾਡੇ ਕਿਸੇ ਸੀ, ਇੱਧਰ ਅਣਖ ਵਾਲੇ ਸੀ, ਇਸ ਲਈ ਬੈਠੇ ਸੀ ਕਿ ਕੁਝ ਵੀ ਹੋ ਜਾਏ, ਨਹੀਂ ਜੇ ਅਸੀਂ ਇਹਨਾਂ ਨੂੰ ਇੱਥੋਂ ਅਖੇੜਨਾ ਹੈ। ਪਿੱਛੇ ਨਹੀਂ ਹਟੇ, ਲੜਾਈਆਂ ਲੜੀਆਂ, 40 ਭਾਰੂ ਪਏ। ਤਾਂ ਇਸ ਕਰਕੇ ਇਹੀ ਗੱਲ ਸੇਮ ਅੱਜ ਹੈ ਕਿ ਇਹਨਾਂ ਦੇ ਭਾੜੇ ਦੇ ਟੱਟੂਆਂ ਨੇ ਸਾਡੇ ਮੈਦਾਨ 'ਚ ਨਹੀਂ ਖੜਨਾ। ਸਾਡੀ ਲੜਾਈ ਭਰਾਵੋ ਆਪਦੀ ਰੋਟੀ ਦੀ ਹੈ, ਸਾਡੀ ਰੋਜੀ ਦੀ ਹੈ। ਜਦੋਂ ਸਾਡੀ ਰੋਜੀ ਰੋਟੀ ਨੂੰ ਕੋਈ ਹੱਥ ਪਾਏਗਾ, ਸਾਨੂੰ ਮਰਨਾ ਵੀ ਪਿਆ ਤੇ ਸਾਨੂੰ ਮਨਜ਼ੂਰ ਹੈ, ਅਸੀਂ ਪਿੱਛੇ ਨਹੀਂ ਹਟਾਂਗੇ। ਔਰ ਇਹਨਾਂ ਦੇ ਗੁੰਡਿਆਂ ਤੋਂ ਇਹ ਐਡਾ ਵੱਡਾ ਮਤਲਬ ਹਿੰਮਤ ਕੀਤੀ ਨਹੀਂ ਜਾਣੀ, ਬਾਹਲਾ ਚਿਰ ਸਾਡੇ ਮੂਹਰੇ ਟਿਕ ਨਹੀਂ ਸਕਣਗੇ। ਪਰ ਫਿਰ ਵੀ ਮੈਂ ਕਹੂੰਗਾ ਪੰਜਾਬ ਦੇ ਹਾਲਾਤ ਨੂੰ, ਦੇਸ਼ ਦੇ ਹਾਲਾਤ ਨੂੰ ਬੀਜੇਪੀ, ਅਕਾਲੀ ਦਲ ਜਾਂ ਕਾਂਗਰਸੀ ਵਿਗਾੜਨ ਦੀ ਕੋਸ਼ਿਸ਼ ਨਾ ਕਰਨ। ਜਿੰਨੀ ਸਾਡੀ ਜ਼ਿੰਮੇਵਾਰੀ ਹੈ ਉਨੀ ਇਹ ਵੀ ਜ਼ਿੰਮੇਵਾਰੀ ਚੱਕਣ। ਸਾਡੇ ਮੁੰਡੇ ਜੇ ਸਵਾਲ ਕਰਦੇ ਆ ਪਿੱਛੇ ਹਰੀਕੇ ਦੇ ਵਿੱਚ ਸਾਡੇ ਮੁੰਡਿਆਂ ਨੇ ਸਵਾਲ ਕੀਤਾ, ਟਕਾ ਕੇ ਕੀਤੇ ਨੇ, ਕੁਰਸੀ ਡਾਈ ਹੈ, ਬੀਬਾ ਜੀ ਆਓ ਬੈਠੋ ਗੱਲ ਕਰੋ। ਇੱਥੇ ਰਖਾਲੇ 'ਚ ਮੁੰਡੇ ਵੇਟ ਕਰਦੇ ਰਹੇ ਕਿ ਆ ਕੇ ਸਾਡੇ ਸਵਾਲਾਂ ਦੇ ਜਵਾਬ ਦਿਓ, ਜਵਾਬ ਦੇਣ ਨਹੀਂ ਆਏ। ਇਹਦਾ ਮਤਲਬ ਕੀ ਨਿਕਲਦਾ ਹੈ
ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਹੈ ਨਹੀਂ, ਇਹਨਾਂ ਕੋਲੇ ਜਵਾਬ ਨਹੀਂ ਦੇ ਸਕਦੇ, ਤੇ ਲੋਕਾਂ ਨੂੰ ਪ੍ਰਵੋਕ ਕਰਕੇ ਆਪਦੇ ਬੰਦੇ ਵਿੱਚ ਛੱਡ ਕੇ ਹਲਾ ਲਾਲਾ ਕਰਵਾ ਕੇ ਲੋਕਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ, ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨਾ ਚਾਹੁੰਦੇ ਆ। ਲੋਕ ਸਾਡੇ ਸਮਝ ਰਹੇ ਨੇ, ਸਿਆਣੇ ਹੋ ਰਹੇ ਨੇ, ਔਰ ਇਸੇ ਤਰੀਕੇ ਦੇ ਨਾਲ ਸਵਾਲ ਪੁੱਛਾਂਗੇ ਤੇ ਪੁੱਛਦੇ ਰਹਾਂਗੇ। ਚਰਨਜੀਤ ਚੰਨੀ ਵੱਲੋਂ ਕਿਹਾ ਗਿਆ ਕਿ ਜਿਹੜਾ ਕਿਸਾਨ ਧਰਨਾ ਸੀ ਉਹ ਤੀਰਥ ਸਥਾਨ ਹੈ, ਮੈਂ ਉੱਥੇ ਮੱਥਾ ਟੇਕਣ ਜ਼ਰੂਰ ਜਾਵਾਂਗਾ। ਚਲੋ ਵੇਖਾਂਗੇ ਜਦੋਂ ਆਊਗਾ। ਮੈਨੂੰ ਲੱਗਦਾ ਉਹਨੂੰ ਉੱਥੇ ਨਹੀਂ ਆਉਣਾ ਚਾਹੀਦਾ, ਉਹਨੂੰ ਪੰਜਾਬ ਦੇ ਵਿੱਚ ਜੋ ਕਿਸਾਨਾਂ ਨਾਲ ਕੀਤੇ ਵਾਅਦੇ ਆ ਘੱਟੋ ਘੱਟ ਉੱਥੇ ਤੀਰਥ ਸਥਾਨ 'ਤੇ ਨਾ ਆਵੇ। ਉਹ ਚੰਗੀ ਗੱਲ ਉਹਦੇ ਵਾਸਤੇ ਇਹ ਹੋਏਗੀ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ। ਤਕੜਾ ਹੋਵੇ, ਹਿੰਮਤ ਕਰੇ, ਇੱਥੋਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਤਾਕਤ ਹੈ। ਸਾਡੇ ਤੀਰਥ 'ਤੇ ਨਹਾਤਿਆਂ ਨਹੀਂ ਕੁਛ ਬਣਨਾ, ਉੱਥੇ ਤਾਂ ਅਸੀਂ ਬਥੇਰੇ ਨਹਾਈ ਜਾਂਦੇ ਹਾਂ। ਇਹ ਕਿਰਪਾ ਕਰੇ, ਇੱਥੇ ਲੋਕਾਂ ਦਾ ਕਰਜ਼ਾ ਮਾਫ ਕਰੇ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਅਗਰ ਇਹ ਕਰੇਗਾ ਤਾਂ ਸਮਝ ਲਓ ਸਾਡੇ ਵਾਲਾ ਤੀਰਥ ਵੀ ਨਹਾਤਾ। ਉਹ ਤਾਂ ਕਹਿੰਦੇ ਪੰਜਾਬ ਦੀ ਕਿਸਾਨੀ ਤੇ ਆਂਚ ਨਹੀਂ ਆਉਣ ਦੇਵਾਂਗਾ, ਭਾਵੇਂ ਮੇਰਾ ਸਿਰ ਵੱਢਿਆ ਜਾਵੇ। ਲੱਗੇਗਾ ਪਤਾ, ਸਮਾਂ ਆ ਜਾਏਗਾ। ਇਹਦੇ ਕੋਲ ਤਾਂ ਟਾਈਮ ਹੀ ਕਿਹੜਾ ਵਿਚਾਰੇ ਕੋਲੇ, ਇਹਨੂੰ ਤਾਂ ਥੋੜਾ ਚਿਰ ਹੀ ਭਾਣਾ ਹੈ, ਤਾਂ ਇਹਨੂੰ ਤਾਂ ਵਿਚਾਰੇ ਨੂੰ ਇੱਕ ਵਰਤਣਾ ਸੀ, ਉਹਨਾਂ ਨੇ ਵਰਤ ਲਿਆ, ਸਮਾਂ ਦੱਸ ਦੇਗਾ। ਇਹਨਾਂ ਦੀ SOI ਨੇ ਸਾਡੇ ਕਿਸਾਨਾਂ ਦੇ ਉੱਤੇ ਪਹਿਲਾ ਪਥਰਾਓ ਕੀਤਾ। ਜੇ ਉਹ ਪਥਰਾਓ ਕੀਤਾ ਤਾਂ ਇਹ ਪ੍ਰਵੋਕ ਕਰਨ ਦਾ ਇੱਕ ਸਿੱਧਾ ਉਹਨਾਂ ਦਾ ਯਤਨ ਸੀ ਕਿ ਲੋਕ ਵੀ ਪਥਰਾਓ ਕਰਨ ਲਈ ਅੱਗੋਂ ਸਾਡਾ ਮੁਕਾਬਲਾ ਕਰਨ ਲਈ ਖੜੇ ਹੋਣ, ਉੱਠਣ। ਔਰ ਉਸ ਸਮੇਂ ਕਿਸਾਨਾਂ ਦੇ ਲਾਠੀ ਚਾਰਜ ਕੀਤਾ ਗਿਆ। ਸਾਰੀਆਂ ਸਰਕਾਰਾਂ ਦੀ ਇਹੀ ਕਰਤੂਤ ਹੈ। ਸੋ ਮੇਰਾ ਮਤਲਬ ਗੱਲ ਕਰਨ ਦਾ ਕੀ ਸੀ ਕਿ ਬਿਲਕੁਲ ਸੇਮ ਤਰਜ਼ 'ਤੇ ਚੱਲ ਰਹੇ ਨੇ, ਇੱਕੋ ਤਰਜ਼ ਹੈ ਇਹਨਾਂ ਦੀ। ਔਰ ਕਿਸਾਨਾਂ ਨੂੰ ਜਿਹੜਾ ਕਹਿੰਦੇ ਨੇ ਵੀ ਕਿਸਾਨਾਂ ਨੇ ਸਾਡੇ ਸ਼ੀਸ਼ੇ ਤੋੜੇ, ਉੱਥੇ ਇੱਕ ਆਦਮੀ ਦੀ ਫੋਟੋ ਵਾਇਰਲ ਹੋ ਰਹੀ ਹੈ, ਬਹੁਤ ਉਹ ਵੀਡੀਓ ਵਾਇਰਲ ਹੋ ਰਹੀ ਹੈ। ਕੀ ਆ ਉਹ ਬੰਦਾ? ਬੈਜ ਤਾਂ ਸਾਡੀ ਜਥੇਬੰਦੀ ਦਾ ਲਾਈ ਫਿਰਦਾ ਹੈ, ਤੇ ਝੰਡਾ ਮੋਢੇ 'ਤੇ ਉਗਰਾਹਾਂ ਦਾ ਚੱਕੀ ਫਿਰਦਾ ਹੈ, ਤੇ ਪੱਗ ਉਹ ਨੀਲੀ ਬੰਨੀ ਫਿਰਦਾ ਹੈ। ਹੁਣ ਉਹਨੂੰ ਕਿਹਦਾ ਮੰਨੀਏ? ਸਾਡਾ ਹੋਵੇ ਤਾਂ ਨੀਲੀ ਪੱਗ ਬੰਨੂਗਾ ਹੀ ਨਹੀਂ, ਸਾਡਾ ਹੋਏ ਤਾਂ ਸਾਡਾ ਝੰਡਾ ਚੱਕੇਗਾ ਨਾ। ਤੇ ਜੇ ਉਗਰਾਹਾਂ ਸਾਹਿਬ ਦਾ ਹੈ ਤਾਂ ਫਿਰ ਝੰਡਾ, ਜੇ ਉਗਰਾਹਾਂ ਦਾ ਚੱਕੀ ਫਿਰਦਾ ਹੈ ਤਾਂ ਫਿਰ ਬੈਜ ਵੀ ਉਗਰਾਹਾਂ ਦਾ ਲਾਏਗਾ। ਇਸ ਕਰਕੇ ਉਹ ਬੰਦਾ ਕਿਸੇ ਦਾ ਵੀ ਨਹੀਂ। ਉਹ ਇਸ ਤਰੀਕੇ ਦੇ ਨਾਲ ਇਹਨਾਂ ਨੇ ਖੁਦ ਪਲੈਨਿੰਗ ਕਰਕੇ ਸਾਰੇ ਉਸ ਹਾਲਾਤ ਨੂੰ ਖਰਾਬ ਕਰਨ ਦੀ ਇੱਕ ਕੋਸ਼ਿਸ਼ ਕੀਤੀ ਹੈ। ਦੂਸਰੀ ਗੱਲ, ਜੇ ਇਹ ਕਿਸਾਨ ਹਿਤੈਸ਼ੀ ਸੀ ਤਾਂ ਜਦੋਂ ਲੋਕਾਂ ਨੇ ਛਿੱਤਰਾਂ ਨਾਲ ਕੁੱਟ ਕੇ, ਲੜਾਈ ਲੜ ਕੇ, ਇਹਨਾਂ ਦੇ ਬਾਰ 'ਚ ਬਹਿ ਕੇ ਫਿਰ ਅਸਤੀਫਾ ਦਿੱਤਾ ਹੈ। ਜਿੱਦਾਂ ਅਸਤੀਫਾ ਦਿੱਤਾ ਹੈ, ਅਸਤੀਫਾ ਦੇਣ ਵਾਲੇ ਦਿਨ ਇਹਨਾਂ ਨੇ ਅਲਾਇੰਸ ਨਹੀਂ ਤੋੜਿਆ, ਉਹਦੀ ਹਜੇ ਵੇਟ ਕਰਦੇ ਰਹੇ। ਜਦੋਂ ਫਿਰ ਲੋਕਾਂ ਨੇ ਗਾਲਾਂ ਕੱਢੀਆਂ ਤਾਂ ਫਿਰ ਅਲਾਇੰਸ ਤੋੜਿਆ। ਫਿਰ ਜਦੋਂ ਲੋਕਾਂ ਪਤਾ ਲੱਗਿਆ ਕਿ ਸਾਡੀ ਜ਼ਮੀਨ ਖੁਸਕਦੀ ਹੈ, ਸਾਡੀ ਪੋਲੀਟੀਕਲ ਜ਼ਮੀਨ ਜਦੋਂ ਪੈਰਾਂ ਥੱਲੋਂ ਖਿਸਕਦੀ ਨਜ਼ਰ ਆਈ, ਤਾਂ ਫਿਰ ਇਸ ਅੰਦੋਲਨ ਦੀ ਹਮਾਇਤ ਕਰਨੀ ਸ਼ੁਰੂ ਕੀਤੀ। ਸੋ ਸਾਰਾ ਕੁਝ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਹੈ। ਸੁਰਜੀਤ ਕੁਮਾਰ ਜੈਣੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਕਹਿੰਦੇ ਵੀ ਉਹ ਪਹਿਲਾਂ ਤਾਂ ਸਾਡੇ ਕੱਪੜੇ ਪਾਟੇ, ਹੁਣ ਕਿਸਾਨ ਆਗੂ ਤਿਆਰ ਰਹੇ। ਦੇਖੋ, ਕਿਸਾਨ ਆਗੂਆਂ ਦੇ ਕੱਪੜੇ ਪਹਿਲਾਂ ਤਾਂ ਹੈ ਹੀ ਨਹੀਂ, ਇਹ ਸਾਡੇ ਕੱਪੜੇ ਪਾਰ ਕੀ ਦੇਣਗੇ। ਬਾਕੀ ਇੱਕ ਗੱਲ ਇਹ ਜ਼ਰੂਰ ਹੈ ਕਿ ਇਹਨਾਂ ਕੋਲੇ ਇਹੋ ਜਿਹੀਆਂ ਕਤੀੜਾਂ ਹੈਗੀਆਂ, ਇਹ ਮੈਂ ਕਹਿ ਦਿੰਦਾ ਗੱਲ। ਜੇਕਰ ਮੋਗੇ ਦੇ ਵਿੱਚ SOI ਵੱਲੋਂ ਪਥਰਾਓ ਕੀਤਾ ਜਾ ਸਕਦਾ ਹੈ ਤੇ ਕੋਈ ਉਹਨਾਂ ਦੀ ਗੱਲ ਝੂਠ ਨਹੀਂ। ਜੇਕਰ RSS ਦੇ ਗੁੰਡਿਆਂ ਵੱਲੋਂ ਸਾਡੇ ਧਰਨੇ ਦੇ ਉੱਤੇ ਆ ਕੇ ਪਥਰਾਓ ਕੀਤਾ ਜਾ ਸਕਦਾ ਤੇ ਇਹ ਗੱਲ ਸੱਚੀ ਹੈ, ਉਹਨਾਂ ਦੀ ਠੀਕ ਹੈ। ਇਹਨਾਂ ਦੇ ਕੋਲੇ ਸਾਰਾ ਕੁਝ ਹੈਗਾ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਗੁੰਡਿਆਂ ਦੀ ਇੰਨੀ ਹਿੰਮਤ ਨਹੀਂ, ਜੋ ਕਿਉਂਕਿ ਗੁਰੂ ਸਾਹਿਬ ਦੇ ਵੇਲੇ ਲੜਾਈਆਂ ਹੋਈਆਂ ਨਾ। ਸਾਡੇ ਵਾਲੇ ਪਾਸੇ, ਗੁਰੂ ਸਾਹਿਬ ਵਾਲੇ ਪਾਸੇ ਤਾਂ 40 ਹੈ ਤੇ ਉਧਰਲੇ ਪਾਸੇ 10,000 ਦੀ ਫੌਜ ਹੈ। ਉਹ ਮੁਕਾਬਲਾ 40 ਦਾ ਨਹੀਂ ਕਰ ਸਕੀ। ਕਿਉਂ ਨਹੀਂ ਕਰ ਸਕੀ? ਇੱਧਰ ਜਜ਼ਬੇ ਵਾਲੇ ਸੀ, ਇੱਧਰ ਅਣਖ ਵਾਲੇ ਸੀ। ਇਸ ਲਈ ਬੈਠੇ ਸੀ ਕਿ ਕੁਛ ਵੀ ਹੋ ਜਾਏ, ਨਹੀਂ ਜੇ ਅਸੀਂ ਇਹਨਾਂ ਨੂੰ ਇੱਥੋਂ ਉਖੇੜਨਾ ਹੈ।